ਸਾਡੇ ਪੈਸੇ ਦਿਓ ਤੇ ਅਸੀਂ ਬਾਬੇ ਰਾਂ ਨੂੰ ਤਾਂ ਦੱਬਣ ਦੇਣਾ ਹੈ। ਇਹ ਅਫਸੋਸਨਾਕ ਵਾਕਿਆ ਲਈਆ ਦੇ ਵਿੱਚ ਚੋਕ ਆਜ਼ਮ ਦੇ ਨੇੜੇ ਇੱਕ ਪਿੰਡ 'ਚ ਪੇਸ਼ ਆਇਆ। 1 ਏਕੜ ਜ਼ਮੀਨ ਦਾ ਸੌਦਾ ਹੁੰਦਾ ਹੈ। ਜਿਹੜੇ ਨੰਬਰਦਾਰ ਅਮੀਨ ਸਾਹਿਬ ਨਾਂ ਉਹਨਾਂ ਦਾ ਲਿਆ ਜਾ ਰਿਹਾ, ਉਹਨਾਂ ਨੇ ਉਹ ਸੌਦਾ ਕੀਤਾ। 40 ਲੱਖ ਰੁਪਇਆ ਵਸੂਲ ਕਰ ਰਿਹਾ, 10 ਲੱਖ ਰੁਪਇਆ ਰਹਿੰਦਾ ਸੀ। ਉਹ ਜਦੋਂ ਦੇਣਾ ਸੀ ਤੇ ਨਾਮੇ ਜ਼ਮੀਨ ਹੋ ਜਾਣੀ ਸੀ। ਜਿਹੜੇ ਮੁਤਲਕਾ ਫਰੀਕ ਹੈ, ਜਿਹੜਾ ਮੁਤਾਸਰ ਫਰੀਕ ਹੈ, ਉਹ ਕਹਿੰਦਾ ਸਾਡੇ ਕੋਲ ਵੀਡੀਓ ਮੌਜੂਦ ਹੈ, ਹੋਰ ਸਾਡੇ ਕੋਲ ਸਬੂਤ ਐਜ਼ ਸੱਚ ਕੋਈ ਨਹੀਂ, ਹੋ ਸਕਦਾ ਕੋਈ ਨਿਕਲ ਆਵੇ। ਉਹ ਬਾਬੇ ਰੀ ਜਿਹੜੇ ਨੰਬਰਦਾਰ ਅਮੀਨ ਸਾਹਿਬ ਨੇ, ਉਹਨਾਂ ਦੀ ਹੋ ਜਾਂਦੀ ਹੈ ਵਫਾਤ। ਖਬਰ ਉਸ ਤੋਂ ਪਹਿਲਾਂ ਵੀ ਕੋਈ ਗੱਲ ਹੋਈ ਹੋਵੇਗੀ ਜਾਂ ਕਿਵੇਂ ਦਾ ਮਾਮਲਾ, ਉਹ ਸਾਨੂੰ ਨਹੀਂ ਪਤਾ। ਲੇਕਿਨ ਜਿਹੜੀ ਹੈ ਖਬਰ ਵਾਇਰਲ ਹੈ ਜਾਂ ਜਿਹੜੀ ਖਬਰ ਹੈ ਉਹਦੇ ਵੱਲ ਨਾਲ ਗੱਲ ਕਰਨੇ ਆ। ਮੁਤਾਸਰ ਅਫਰੀਕ ਦੀ ਵੀਡੀਓ ਵੀ ਗਰਦਿਸ਼ ਕਰ ਰਹੀ ਹੈ। ਵੀਡੀਓ ਤੋਂ ਨਾਲ ਵੀ ਸ਼ੇਅਰ ਕਰ ਦੇਣੇ ਹੋਇਆ ਕੀ ਹੈ ਕਵਰ ਉੱਤੇ ਕਿਵੇਂ ਲੋਕ ਇਕੱਠੇ ਨੇ। ਤੇ ਉਹਨਾਂ ਕਿਹਾ ਜੀ ਸਾਡਾ ਜਿਹੜਾ 40 ਲੱਖ, ਤੁਹਾਨੂੰ ਪਤਾ ਜਦੋਂ ਅਕਸਰ ਅਸੀਂ ਜਨਾਜ਼ਾ ਹੁੰਦਾ ਹੈ ਤੇ ਹਰ ਜਨਾਜ਼ੇ 'ਚ ਜਿਹੜੇ ਲਵਾਹਿਕੀਨ ਹੁੰਦੇ ਨੇ, ਆਪਣੇ ਜਿਹੜੇ ਮਰਨ ਵਾਲਾ ਅਜ਼ੀਜ਼ੋ ਕਾਰਬ ਵਾਲਦੈਨ ਭੈਣ ਭਾਈ, ਉਹਨਾਂ ਬਾਰੇ ਐਲਾਨ ਕੀਤਾ ਜਾਂਦਾ ਹੈ ਕਿ ਬਈ ਜਿਸ ਕਿਸੇ ਦਾ ਬਕਾਇਆ ਹੋਵੇ ਉਹ ਫਲਾਣੇ ਨਾਲ ਰਾਬਤਾ ਕਰ ਲੇ। ਅਮੂਮਨ ਮੇਰੀ ਤਾਂ ਜ਼ਿੰਦਗੀ 'ਚ ਉਮਰ ਗੁਜ਼ਰ ਗਈ ਹੈ, ਕਦੀ ਅੱਜ ਤੱਕ ਇੰਜ ਨਹੀਂ ਹੋਇਆ ਕਿ ਉਸ ਜਨਾਜ਼ੇ 'ਚ ਕਿਸੇ ਨੇ ਹੱਥ ਖੜਾ ਕੀਤਾ ਹੋਵੇ। ਬਲਕਿ ਬਾਅਦ ਵਿੱਚ ਵੀ ਛੋਟੀ ਮੋਟੀ ਰਕਮ ਤੇ ਸੱਚੀ ਗੱਲ ਕੋਈ ਪੁੱਛਦਾ ਹੀ ਨਹੀਂ। ਤੇ ਜਿਹੜੀ ਸਿਆਣੀ ਔਲਾਦ ਹੁੰਦੀ ਉਹਨੂੰ ਪਤਾ ਹੁੰਦਾ ਹੈ, ਜਾਂ ਵਾਲਦੈਨ ਸਿਆਣੇ ਜਿਹੜੇ ਹੁੰਦੇ ਦੱਸ ਛੱਡਦੇ ਨੇ ਕਿ ਪੁੱਤਰ ਜੀ ਸਾਡਾ ਫਲਾਣੇ ਨਾਲ ਲੈਣ ਦੇਣ ਜੇ ਮੇਰੇ ਨਾਲ ਵਾਧਾ ਘੱਟ ਹੋਇਆ ਤੇ ਪਿੱਛੋਂ ਮਿਹਰਬਾਨੀ ਕਰਿਆ ਜੇ, ਮੇਰਾ ਮੁਰਦਾ ਖਰਾਬ ਨਾ ਕਰਿਆ ਜੇ, ਉਹਨਾਂ ਨੂੰ ਕੋਈ ਸ਼ਾਇਦ ਦਵਿਆ ਜੇ। ਤੇ ਔਲਾਦ ਚੰਗੀ ਹੁੰਦੀ ਉਹ ਰਾਬਤਾ ਕਰਕੇ ਆਪ ਹੀ ਮਾਮਲਾ ਸੈਟਲ ਕਰ ਲੈਂਦੀ ਹੈ। ਬਹਰਹਾਲ ਇੱਥੇ ਕੀ ਹੋਇਆ, ਇੱਥੇ ਚੂੰਕਿ ਸੈਟਲ ਨਹੀਂ ਹੋਇਆ ਤੇ ਉਹ ਕਬਰ ਤੇ ਪਹੁੰਚ ਗਏ। ਉਹਨਾਂ ਕਿਹਾ ਜੀ, ਜਿਉਂ ਹੀ ਉਹਨਾਂ ਐਲਾਨ ਕੀਤਾ ਜਨਾਜ਼ੇ ਤੋਂ ਬਾਅਦ ਕਿ ਭਾਈ ਜੀ ਜਿੰਨੇ ਕੋਈ ਸ਼ੈ ਲੈਣੀ ਹੈ ਉਹ ਦੱਸੋ। ਤੇ ਜਨਾਬ ਇੱਕੋ ਹੀ ਬੰਦਾ ਬੋਲਿਆ, ਉਹਨੇ ਕਿਹਾ ਜੀ 40 ਲੱਖ ਰੁਪਇਆ ਲੈਣਾ, ਨਹੀਂ ਤਾਂ ਪਹਿਲੀ ਜਿਹੜੀ ਸਾਡੇ ਨਾਂ ਕਰੋ, 10 ਲੱਖ ਬਾਕੀ ਪੜੋ। ਉੱਥੇ ਰੋਲਾ ਪੈ ਗਿਆ। 40 ਲੱਖ ਚੂੰਕਿ ਵੱਡੀ ਰਕਮ ਹੈ, ਛੋਟੀ ਰਕਮ ਨਹੀਂ। ਇਹ ਹੁਣ ਜਿਹੜੇ ਮੁਤਾਸਰੀਨ ਨੇ ਗੱਲ ਤੇ ਉਹਨਾਂ ਦੀ ਜਾਇਜ਼ ਹੈ। ਅਖਲਾਕੀ ਤੌਰ ਤੇ ਸਾਨੂੰ ਵੀ ਗੁੱਸਾ ਆ ਰਿਹਾ ਕਿ ਯਾਰ ਨਹੀਂ ਸੀ ਹੋਣਾ ਚਾਹੀਦਾ। ਅਖਲਾਕੀ ਤੌਰ ਤੇ ਇਹ ਵੀ ਹੋ ਰਿਹਾ ਕਿ ਉਹਨਾਂ ਦੀ ਔਲਾਦ ਨੂੰ ਮੈਨੇਜ ਕਰਨਾ ਚਾਹੀਦਾ ਸੀ ਇਹ ਮਾਮਲਾ। ਅਗਰ ਉਹਨਾਂ ਨੂੰ ਪਤਾ ਨਹੀਂ ਸੀ, ਹੋ ਤਾਂ ਨਹੀਂ ਸਕਦਾ ਨਾ ਪਤਾ ਹੋਵੇ, ਲੇਕਿਨ ਹੋ ਸਕਦਾ ਜਦੋਂ ਦੱਸ ਰਹੇ ਨੇ ਤਾਂ ਉਹਨਾਂ ਨੂੰ ਮੈਨੇਜ ਕਰਨਾ ਚਾਹੀਦਾ। ਉਹਨਾਂ ਨੂੰ ਕਹਿਣਾ ਚਾਹੀਦਾ ਸੀ ਓਕੇ ਜੀ, ਜੇ ਸਾਡਾ ਬਣਦਾ ਹੋਇਆ ਤੇ ਅਸੀਂ ਜਨਾਬ ਸਾਰੀ ਕਰਨ ਤੋਂ ਬਾਅਦ, ਕਫਨ ਦਫਨ ਕਰਨ ਤੋਂ ਬਾਅਦ, ਦੁਆ ਕਰਨ ਤੋਂ ਬਾਅਦ ਬਹਿ ਜਾਵਾਂਗੇ ਤੇ 4 ਬੰਦੇ ਬਿਠਾ ਕੇ ਫੈਸਲਾ ਕਰ ਲੈਣਗੇ। ਲੇਕਿਨ ਉੱਥੇ ਜ਼ਰੂਰ ਯਕੀਨਨ ਫਿਰ ਬਹਿਸ ਹੋਈ ਤਾਂ ਉਹਨਾਂ ਮੁਰਦਾ ਨਹੀਂ ਦੱਬਣ ਦਿੱਤਾ। ਜਨਾਬ ਇਸ ਮੌਕੇ ਤੇ ਜਿਹੜੇ ਫਿਰ ਨੰਬਰਦਾਰ ਸਾਹਿਬ, ਉਹਨਾਂ ਦੇ ਘਰਲਿਆਂ ਨੇ 15 ਬੁਲਾਈ, ਪੁਲਿਸ ਦੀ ਜ਼ੇਰੇ ਨਿਗਰਾਨੀ ਬਾਬੇ ਰਾਂ ਨੂੰ ਦਫਨ ਕੀਤਾ ਤੇ ਉਸ ਤੋਂ ਬਾਅਦ ਅਜੇ ਤੱਕ ਕੋਈ ਅੱਗੇ ਖਬਰ ਨਹੀਂ। ਮੁਤਾਸਰੀਨ ਦਾ ਬਿਆਨ ਆ ਰਿਹਾ, ਉਹਨਾਂ ਕਿ ਸਾਡੇ ਕੋਲ ਵੀਡੀਓ ਸ਼ੂਡੀਓ ਹੈ ਵੇ, ਬਾਬੇ ਨੇ 40 ਲੱਖ ਵਸੂਲ ਕੀਤਾ, 10 ਲੱਖ ਰਹਿੰਦਾ ਸੀ, ਜ਼ਮੀਨ ਵੀ ਸਾਡੇ ਨਾਂ ਹੀ ਨਹੀਂ ਲਵਾਈ, ਤਾਂ ਅੱਗੋਂ ਔਲਾਦ ਵੀ ਕਿਸੇ ਆਖੇ ਨਹੀਂ ਲੱਗ ਰਹੀ। ਇਹਦਾ ਕੀ ਬਣੇਗਾ? ਲੇਕਿਨ ਇਹਦੇ 'ਚ ਇੱਕ ਕਹਾਣੀ ਹੈ ਸਾਡੇ ਸਾਰਿਆਂ ਵਾਸਤੇ, ਇੱਕ ਸਾਰੀ ਨਸੀਹਤ ਕਿ ਯਾਰ ਜ਼ਿੰਦਗੀ 'ਚ ਇੰਨੇ ਕੁ ਮਾਮਲਾਤ ਕਰੋ ਜਿਹੜੇ ਮੈਨੇਜ ਕਰ ਲਓ। ਥੋੜਾ ਖਾ ਲਓ, ਥੋੜਾ ਇਕੱਠਾ ਕਰ ਲਓ। ਆਂਦੇ ਨਾ ਇੰਨਾ ਹੀ ਇਕੱਠਾ ਕਰੋ ਜਿੰਨਾ ਕੋ ਤੁਹਾਨੂੰ ਲੋੜ ਹੈ। ਔਲਾਦ ਵਾਸਤੇ ਸਭ ਤੋਂ ਬਿਹਤਰੀਨ ਚੀਜ਼ ਹੈ ਕਿ ਤੁਸੀਂ ਉਹਨੂੰ ਪੜ੍ਹਾ ਦਿਓ, ਉਹਦੀ ਤਰਬੀਅਤ ਕਰ ਦਿਓ, ਉਹਨੂੰ ਚੰਗਾ ਖਵਾ ਪਿਆ ਦਿਓ। ਬਾਕੀ ਚਲੋ ਅੱਲਾ ਹਿੰਮਤ ਕਰੇ, ਅੱਲਾ ਮਿਹਨਤ ਕਰੋ, ਅੱਲਾ ਤੁਹਾਨੂੰ ਦਵੇ ਤੇ ਜ਼ਰੂਰ ਉਹਨਾਂ ਵਾਸਤੇ ਬਣਾਓ। ਔਲਾਦ ਵਾਸਤੇ ਸਭ ਕੁਝ ਬੰਦਾ ਕਰਦਾ, ਸਭ ਤੋਂ ਅੱਛੀ ਗੱਲ ਉਹਨੂੰ ਪੜ੍ਹਾ ਦਿਓ, ਪਹਿਲੀ ਗੱਲ। ਦੂਜਾ, ਜਿਹੋ ਜਿਹਾ ਮਾਮਲਾ ਕੀਤਾ ਔਲਾਦ ਨੂੰ ਵੀ ਖਿਆਲ ਕਰਨਾ ਚਾਹੀਦਾ ਕਿ ਯਾਰ ਮੇਰਾ ਪਿਓ ਨੰਬਰਦਾਰ, ਫਿਰ ਜ਼ਾਹਰੀ ਗੱਲ ਇਲਾਕੇ 'ਚ ਨਾ ਹੋਏਗਾ। ਕਈਆਂ ਲੋਕਾਂ ਦੇ ਨੇ ਫੈਸਲੇ ਕੀਤੇ ਹੋਣੇ ਨੇ, ਕੋਈ ਅੱਜ ਜ਼ਕਾਤ ਨਮਾਜ਼ ਆਰਸ਼ਾ ਕੀਤੀ ਹੋਣੀ ਹੈ, ਲੇਕਿਨ ਜਾਂਦਿਆਂ ਪੂਰੇ ਇਲਾਕੇ 'ਚ, ਬਲਕਿ ਹੁਣ ਤੇ ਪੂਰੀ ਦੁਨੀਆ 'ਚ ਸੋਸ਼ਲ ਮੀਡੀਆ ਤੇ ਬਾਬੇ ਦੀ ਮਸ਼ਹੂਰ ਹੋ ਗਏ ਨੇ। ਤੇ ਮੇਰਾ ਖਿਆਲ ਹੈ, ਮੈਂ ਸਮਝਣਾ ਵਾਂ, ਅੱਲਾਹ ਤਾਲਾ ਸਾਨੂੰ ਵੀ ਹਿਦਾਇਤ ਦੇਵੇ ਕਿ ਜਿਹੜੇ ਮਾਮਲਾਤ ਨੇ ਨਾ ਲੋਕਾਂ ਦੇ, ਸਾਡੀ ਗੱਲ ਜਿਨ੍ਹਾਂ ਦਾ 50-40 ਲੱਖ ਰੁਪਈਆ, ਉਹਨਾਂ ਦਾ ਵੀ ਤਾਂ ਨੁਕਸਾਨ ਤੇ ਹੈ ਨਾ। ਉਹਨਾਂ ਦਾ ਗੁੱਸਾ ਤੇ ਆ ਰਿਹਾ ਉਹਨਾਂ ਕਿਉਂ ਕੀਤਾ, ਲੇਕਿਨ ਜਦੋਂ ਉਹਨਾਂ ਨੂੰ ਕਿਸੇ ਹੱਥ ਨਹੀਂ ਫੜਾਉਣਾ ਤਾਂ ਉਹਨਾਂ ਦਾ ਫਿਰ ਇਹੀ ਕੰਮ ਕਰਨਾ ਸੀ। ਤੇ ਆਪਣੇ ਮਾਮਲਾਤ ਨੂੰ, ਆਪਣੀ ਚੀਜ਼ਾਂ ਨੂੰ ਨਾਲ ਕਿਤੇ ਲਿਖਦੇ ਰਹੋ, ਖਾਸ ਕਰ ਵੱਡੀਆਂ ਚੀਜ਼ਾਂ ਨੂੰ ਜਿਹੜੀਆਂ ਕੱਲ ਨੂੰ ਤੁਹਾਡੇ ਵਾਸਤੇ, ਤੁਹਾਡੀ ਔਲਾਦ ਵਾਸਤੇ, ਆਉਣ ਵਾਲੀ ਨਸਲਾਂ ਵਾਸਤੇ ਕੋਈ ਪਰੇਸ਼ਾਨੀ ਜਾਂ ਖੁਸ਼ੀ ਦਾ ਸਬਬ ਹੋਣ, ਉਹ ਲਿਖ ਲਓ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਸਾਡਾ ਪਿਓ, ਸਾਡੀ ਮਾਂ ਸਾਡੇ ਵਾਸਤੇ ਫੈਸਲੇ ਕਰ ਗਈ ਹੈ। ਤੇ ਇਹੋ ਜਿਹੇ ਮਾਮਲਾਤ, ਇਹ ਵੀਡੀਓ ਵੇਖੋ ਤੇ ਤੁਸੀਂ ਹੈਰਾਨ ਵੀ ਰਹੋਗੇ। ਚੰਗੀ ਲੱਗੇ ਤੇ ਸ਼ੇਅਰ ਕਰ ਦੇਣਾ ਤੇ ਇhtiyat ਵੀ ਕਰਨਾ ਕਿ ਤੁਸੀਂ ਵੀ ਤਾਂ ਨਹੀਂ ਪੈਸੇ ਲਏ ਕਿਸੇ ਕੋਲੋਂ ਤੇ ਕੱਲ ਨੂੰ ਕਿਤੇ ਲੈ ਕੇ ਲਗਾ ਜੋ ਤੇ ਉੱਥੇ ਅਸੀਂ ਐਲਾਨ ਕਰ ਬਵੀਏ ਤਾਂ ਪਤਾ ਲੱਗਿਆ ਜੋ ਤੁਸੀਂ ਦਿਓ ਜੀ ਚੋਈ ਸਾਹਿਬ ਐਲਾਨ ਤੇ ਤੁਸੀਂ ਕੀਤਾ।